गुरु पातशाह की बख्शिश रही है कि ਜਦੋਂ भी वो मेरी इदा सुरती लगाते सी तो मैंने जो प्रकाश हुंदा सी तो कभी मैनू इदा सिंघनी की आवाज़ आनी वाहिगुरू वाहिगुरू इदा फिर मेरे हाथ जुड़ जाने तो सुन समाध हो जाना मैं तो इदा उन्होंने सिमरन करवाना तो फिर वाहिगुरू जी किन्नी बार गुरु साहिब जी इदा दिखाते होंदे सी सुरती दे विच कि दो सिंह बाणे विच आउंदे हुंदे सी ते उन्हां ने कहना कि गुरु साहिब जी तुहानूं बुलांदे आ ते तुसीं अमृत दी दात लओ। ते वाहिगुरू जी जिन्नी बार भी इदां मैनूं संगत चों वीर जी ने दसना कि अमृत संचार हुंदा है तो तुसीं अमृत दी दात लै लो ते मैनूं नहीं सी पता कि ओह गुरु साहिब जी दा हुक्म आ ते मैं हमेशा इदां मेरी ढिल्ल हो जानी आलस हो जाना कि नहीं मैं अगले अमृत संचार विच देखूँगी कि मैं हमेशा इदां हुंदा सी कि दूर आ ते मेरे तो इदां सफ़र नहीं होना शायद मैं हमेशा ये गल्लां सोचदी सी ते मना कर दिंदी सी ते मैनूं नहीं सी पता कि ओह गुरु साहिब जी ने मैनूं आप लैके जाना आ ते मैं हमेशा इधरों अपनी हमेशा फैमिली दा सोच लेना कि नहीं हजे फिर सही अगली बार सोचूंगी। तो इदां ही वाहिगुरू जी एक टाइम मैनूं इदां ही 10-15 मिनट लई ਉਹ ਸਿਮਰਨ ਸੁਣਿਆ ਜਿਹੜਾ ਮੈਂ ਰਿਕਾਰਡਿੰਗ ਦੇ ਵਿੱਚ ਸੁਣਦੀ ਹੁੰਦੀ ਸੀ ਤੇ ਇੱਥੇ ਜ਼ੂਮ ਤੇ ਆ ਕੇ ਸੁਣਨਾ ਤੇ ਮੈਨੂੰ ਵਧੀਆ ਲੱਗਣਾ ਤੇ ਉਹ ਜਸਪਾਲ ਵੀਰ ਜੀ ਦਾ ਸਿਮਰਨ ਜਿਹੜਾ ਸੀ ਉਹ ਮੈਨੂੰ 10-15 ਮਿੰਟ ਦੇ ਲਈ ਬਹੁਤ ਉੱਚੀ ਆਵਾਜ਼ ਵਿੱਚ ਸੁਣਿਆ ਸੀ ਤੇ ਉਦੋਂ ਮੈਂ ਇੱਦਾਂ ਡਰ ਵੀ ਗਈ ਤੇ ਮੈਂ ਬਾਹਰ ਫੈਮਿਲੀ ਨੂੰ ਕਿਹਾ ਕਿ ਤੁਹਾਨੂੰ ਵੀ ਇੱਦਾਂ ਸਿਮਰਨ ਸੁਣਦਾ ਹੈ ਕਿ ਮੈਨੂੰ ਨਾ ਬਹੁਤ ਉੱਚੀ ਆਵਾਜ਼ 'ਚ ਵਾਹਿਗੁਰੂ ਵਾਹਿਗੁਰੂ ਸੁਣਦਾ ਤੇ ਉਹ ਮੈਨੂੰ ਕਹਿੰਦੇ ਕਿ ਤੇਰਾ ਤਾਂ ਦਿਮਾਗ ਖਰਾਬ ਆ ਤੈਨੂੰ ਤਾਂ ਸੁਣਦਾ ਆ ਕਹਿੰਦੇ ਤੂੰ ਗੱਲ ਇੱਦਾਂ ਦਿਲ 'ਤੇ ਲਾ ਕੇ ਬੈਠੀ ਆ ਤੇ ਹੋਰ ਪਾਸੇ ਮਨ ਲਾ ਲਾ ਤੇ ਤੂੰ ਮਨ ਵਿੱਚ ਇਹੀ ਗੱਲਾਂ ਸੋਚਦੀ ਆ ਤੈਨੂੰ ਤਾਂ ਇਹ ਸਾਰਾ ਕੁਝ ਸੁਣਦਾ ਆ ਤੇ ਉਹਨਾਂ ਨੇ ਬਾਕੀ ਦਾ ਹੋਰ ਰਿਸ਼ਤੇਦਾਰਾਂ ਨੇ ਇੱਦਾਂ ਦੱਸੀ ਜਾਣਾ ਕਿ ਇਹ ਇੱਦਾਂ ਕਹਿੰਦੀ ਆ ਕਿ ਮੈਨੂੰ ਵਾਹਿਗੁਰੂ ਵਾਹਿਗੁਰੂ ਸੁਣਦਾ ਰਹਿੰਦਾ ਆ ਤੇ ਉਹ ਆਵਾਜ਼ ਬਹੁਤ ਉੱਚੀ ਸੀ ਤੇ ਉਹ ਮੈਨੂੰ ਸਿਮਰਨ ਸੁਣਿਆ ਤਾਂ ਫਿਰ ਉਹ ਹੌਲੀ ਹੌਲੀ ਬੰਦ ਹੋ ਗਿਆ ਇੱਥੇ ਮੈਨੂੰ ਸੁਣਿਆ ਸੀ ਉੱਚੀ ਆਵਾਜ਼ ਦੇ ਵਿੱਚ। ਫਿਰ ਵਾਹਿਗੁਰੂ ਜੀ ਜਿੱਦਾਂ ਮੈਂ ਉਦੋਂ ਇੱਦਾਂ ਡਰਦੀ ਹੁੰਦੀ ਸੀ ਕਿ ਮੈਨੂੰ ਜਦੋਂ ਕੁਛ ਨਾ ਕੁਛ ਕੋਈ ਰੂਹ ਦਿਸਦੀ ਹੁੰਦੀ ਸੀ ਪਰਛਾਵੇਂ ਮੈਨੂੰ ਕਾਲੇ ਰੰਗ ਦੇ ਇੱਦਾਂ ਦਿਸਣੇ ਦਿਨ ਨੂੰ ਵੀ ਤਾਂ ਮੈਨੂੰ ਉਹ ਵੀ ਦਿਨ ਯਾਦ ਹੈ ਕਿ ਮੈਂ ਕਿੱਦਾਂ ਹਮੇਸ਼ਾ ਘਰ ਦੇ ਕੋਨਿਆਂ 'ਚ ਬੈਠ ਬੈਠ ਕੇ ਰੋਈ ਹਾਂ ਕਿੱਦਾਂ ਉਦੋਂ ਮੈਂ ਇੰਨਾ ਡਰਦੀ ਸੀ। ਹਮੇਸ਼ਾ ਮੈਂ ਲਾਈਟ ਲਗਾ ਕੇ ਸੌਣਾ ਤੇ ਜਦੋਂ ਵੀ ਮੈਂ ਇੱਦਾਂ ਬਹਿਣਾ ਤਾਂ ਮੈਨੂੰ ਕੋਈ ਨਾ ਕੋਈ ਰੂਹ ਦਿਸਦੀ ਹੁੰਦੀ ਸੀ ਕੋਈ ਕੁੜੀ ਮੈਨੂੰ ਇੱਦਾਂ ਦਿਸਣੀ ਕਿ ਉਹਨੂੰ ਫਾਂਸੀ ਦਿੱਤੀ ਹੋਆ ਤੇ ਕਦੇ ਮੈਨੂੰ ਆਪਣੇ ਪਿੱਛੇ ਤੇ ਰੀਅਲ ਦੇ ਵਿੱਚ ਕੋਈ ਖੜੀ ਹੁੰਦੀ ਸੀ ਜਨਾਨੀ ਤਾਂ ਮੈਨੂੰ ਉਹ ਦਿਸਣੀ ਤਾਂ ਫਿਰ ਮੈਂ ਡਰਨਾ ਤੇ ਵਾਹਿਗੁਰੂ ਜੀ ਜਿੱਦਾਂ ਮੈਨੂੰ ਇਹ ਦਬਾਅ ਬਹੁਤ ਗਲਤ ਇੱਦਾਂ ਪੈਂਦੇ ਰਹਿੰਦੇ ਸੀ ਤੇ 2008-9 ਦੇ ਵਿੱਚ ਹੀ ਮੈਨੂੰ ਇਹ ਰੂਹਾਂ ਮੈਨੂੰ ਮੇਰੇ ਪਿੱਛੇ ਹੁੰਦੀਆਂ ਸੀ ਤੇ ਉਦੋਂ ਵੀ ਮੈਂ ਜਿੱਦਾਂ ਘਰਦਿਆਂ ਨੂੰ ਦੱਸਣਾ ਤਾਂ ਉਹਨਾਂ ਨੇ ਕਹਿਣਾ ਆ ਕਿ ਇੱਦਾਂ ਕੁਛ ਨਹੀਂ ਹੁੰਦਾ ਇਹ ਆਪਣੇ ਦਿਲ ਦਾ ਵਹਿਮ ਹੁੰਦਾ ਆ ਤੇ ਜਦੋਂ ਜ਼ਿਆਦਾ ਇੱਦਾਂ ਉਹ ਤੰਗ ਕਰਦੇ ਹੁੰਦੇ ਸੀ ਤਾਂ ਇਹਨਾਂ ਨੇ ਉੱਥੇ ਡੇਰੇ 'ਤੇ ਲੈ ਜਾਣਾ ਤੇ ਕਹਿ ਦੇਣਾ ਉਹਨਾਂ ਨੇ ਜੋ ਕੁਛ ਵੀ ਇੱਦਾਂ ਕਰਨਾ ਪਰ ਇੱਦਾਂ ਕੁਝ ਇਹ ਸਭ ਹਟਿਆ ਨਹੀਂ ਸੀ। ਤੇ ਇੱਕ ਮੁੰਡੇ ਦੀ ਰੂਹ ਹਮੇਸ਼ਾ ਮੈਨੂੰ ਜਿੱਦਾਂ ਦਿਸਦੀ ਰਹਿੰਦੀ ਸੀਗੀ ਤੇ ਉਹ ਦਬਾਅ ਪਾਉਂਦੀ ਹੁੰਦੀ ਸੀਗੀ ਤੇ ਇੱਦਾਂ ਹੀ ਕਹਿੰਦੀ ਹੁੰਦੀ ਸੀ ਕਿ ਮੈਂ ਤੈਨੂੰ ਛੱਡਣਾ ਨਹੀਂ ਆ ਤੇ ਤੈਨੂੰ ਤੇ ਤੇਰੇ ਪਿਓ ਨੂੰ ਮੈਂ ਕਦੇ ਛੱਡਣਾ ਨਹੀਂ ਆ ਹਮੇਸ਼ਾ ਕਿ ਮਾਰਨਾ ਹੀ ਆ। ਤਾਂ ਵਾਹਿਗੁਰੂ ਜੀ ਉਦੋਂ ਮੈਂ ਇੰਨਾ ਇੱਦਾਂ ਡਰਦੀ ਹੁੰਦੀ ਸੀ ਕਿ ਸੋਚ ਕੇ ਸ਼ਾਇਦ ਵੀ ਹੁਣ ਮੈਂ ਸੱਚੀ ਇੱਦਾਂ ਮਾਰੇ ਜਾਣਾ ਹੋਊਗਾ ਤੇ ਫਿਰ ਵਾਹਿਗੁਰੂ ਜੀ ਮੈਂ ਹਮੇਸ਼ਾ ਮੰਮੀ ਦੇ ਨਾਲ ਸੌਣਾ ਤੇ ਬਾਂਹ ਫੜ ਕੇ ਸੌਣਾ ਤੇ ਮੈਨੂੰ ਬਹੁਤ ਜ਼ਿਆਦਾ ਦਬਾਅ ਪੈਂਦਾ ਹੁੰਦਾ ਸੀ ਫਿਰ ਮੈਂ ਚੀਕਾਂ ਮਾਰਨੀਆਂ ਤੇ ਉੱਠ ਕੇ ਬੈਠ ਜਾਂਦੀ ਹੁੰਦੀ ਸੀ ਤੇ ਉਹ ਸਾਰਾ ਡਰ ਮੇਰਾ ਜਦੋਂ ਤੋਂ ਮੈਨੂੰ ਇੱਦਾਂ ਗੁਰੂ ਪਾਤਸ਼ਾਹ ਨੇ ਸਿਮਰਨ ਕਰਵਾਇਆ ਆ ਤੇ ਮੈਂ ਸਿਮਰਨ ਕੋਲ ਲਗਾ ਕੇ ਸੌਣ ਲੱਗੀ ਹਾਂ ਤਾਂ ਉਹ ਵੀ ਡਰ ਜਿਹੜਾ ਸੀ ਉਹ ਮੇਰਾ ਹਟ ਗਿਆ ਸੀ ਕਿਉਂਕਿ ਇੱਕ ਵਾਰੀ ਮੈਨੂੰ ਇੱਦਾਂ ਹੀ ਲੱਗਾ ਸੀ ਕਿ ਮੇਰੇ ਪਿੱਛੇ ਕਿ ਗੁਰੂ ਨਾਨਕ ਪਾਤਸ਼ਾਹ ਆਏ ਆ ਤੇ ਉਹ ਬਹੁਤ ਪ੍ਰਕਾਸ਼ ਸੀ ਇੱਦਾਂ ਫੀਲ ਹੋਇਆ ਸੀ ਕਿ ਉਹ ਚਿੱਟੇ ਬਾਣੀ ਦੇ ਵਿੱਚ ਆ ਤੇ ਮੇਰੇ ਸਿਰ 'ਤੇ ਹੱਥ ਰੱਖ ਕੇ ਚੱਲ ਗਏ ਆ।
ਜਿੱਦਾਂ ਹੀ ਮੈਂ ਉਹਨਾਂ ਦੇ ਦੇਖਣ ਦੀ ਕੋਸ਼ਿਸ਼ ਕਰਦੀ ਸੀ ਤਾਂ ਉਹ ਪਿੱਛੇ ਨਹੀਂ ਸੀਗੇ, ਪਰ ਇੱਦਾਂ ਹੈ ਸੀ ਕਿ ਮੇਰੇ ਪਿੱਛੇ ਬਹੁਤ ਪ੍ਰਕਾਸ਼ ਸੀ। ਅਤੇ ਮੈਂ ਇੱਦਾਂ ਵੀਰ ਜੀ ਨੂੰ ਦੱਸਣਾ ਕਿ ਮੈਨੂੰ ਇੱਦਾਂ ਲੱਗਦਾ ਸੀ ਕਿ ਮੈਨੂੰ ਅੱਜ ਫੇਰ ਪ੍ਰਕਾਸ਼ ਹੁੰਦਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਖੜ੍ਹੇ ਸੀ ਅਤੇ ਮੈਨੂੰ ਉਹ ਇੱਦਾਂ ਕਹਿ ਕਿ ਹੁਣ ਤੈਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ, ਕਿ ਹੁਣ ਮੈਂ ਨਾਲ ਹਾਂ। ਅਤੇ ਮੈਨੂੰ ਉਸ ਟਾਈਮ ਤੋਂ ਕਦੇ ਵੀ ਇੱਦਾਂ ਕੋਈ ਵੀ ਡਰ ਨਹੀਂ ਲੱਗਾ। ਅਤੇ ਮੈਂ ਫਿਰ ਆਪਣੀ ਰੂਮ 'ਚ ਪੈਣ ਲੱਗੀ ਸੀ ਅਤੇ ਇੱਦਾਂ ਹੀ ਸਿਮਰਨ ਕੋਲ ਲਗਾ ਕੇ ਪੈ ਜਾਂਦੀ ਸੀ। ਨਾ ਹੀ ਮੈਨੂੰ ਉਸ ਦਿਨ ਤੋਂ ਬਾਅਦ 'ਚ ਕਦੇ ਵੀ ਕਿਸੇ ਰੂਹ ਨੇ ਮੈਨੂੰ ਤੰਗ ਕੀਤਾ, ਨਹੀਂ ਤਾਂ ਮੇਰੇ ਸੁਪਨੇ 'ਚ ਇੱਦਾਂ ਹੀ ਮੈਨੂੰ ਰੂਹਾਂ ਦਿਸਦੀਆਂ ਹੁੰਦੀਆਂ ਸੀ। ਉਹਦੇ ਲਈ ਵੀ ਵਾਹਿਗੁਰੂ ਜੀ ਬਹੁਤ ਇੱਦਾਂ ਮੈਨੂੰ ਉਹ ਜਿੱਦਾਂ ਡੈਡੀ ਹੁਣੀ ਪਿੱਛੇ ਲੱਗੇ ਸੀਗੇ ਬਾਬੇ ਦੇ ਪਿੱਛੇ, ਤਾਂ ਉਹ ਜਿੱਦਾਂ ਹੀ ਉਹ ਕਹਿੰਦਾ ਸੀ ਕਿ ਇਹਨੂੰ ਇੱਦਾਂ ਕਿਸੇ ਨੇ ਕੁਛ ਕੀਤਾ ਆ ਅਤੇ ਤਾਂ ਇਹਨੂੰ ਤੰਗ ਕਰਦੇ ਆ ਅਤੇ ਤੁਸੀਂ ਆਹ ਕਰ ਲਓ ਉਹ ਕਰ ਲਓ, ਬਹੁਤ ਕੁਛ ਕਰਵਾਇਆ ਵਾਹਿਗੁਰੂ ਜੀ। ਮੈਂ ਬਹੁਤ ਜ਼ਿਆਦਾ ਇੱਦਾਂ ਬਹੁਤ ਜ਼ਿਆਦਾ ਕੁਛ ਕੀਤੇ ਕਰਮ ਕਾਂਡ, ਪਰ ਅੱਜ ਮੈਂ ਬਹੁਤ ਗੁਰੂ ਪਾਤਸ਼ਾਹ ਦਾ ਸ਼ੁਕਰ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਹਰ ਇੱਕ ਡਰ ਤੋਂ ਬਚਾਇਆ ਆ। ਅਤੇ ਜਿੱਥੇ ਵਾਹਿਗੁਰੂ ਜੀ ਮੇਰਾ ਸਾਰਾ ਦਿਨ ਇੰਨਾ ਸਿਰ ਦੁਖਦਾ ਹੁੰਦਾ ਸੀ ਅਤੇ ਕਿੰਨਾ ਉਹ ਦਰਦ ਹੁੰਦਾ ਸੀ, ਅਤੇ ਕਿਤੇ ਫਿਰ ਗੁਰੂ ਪਾਤਸ਼ਾਹ ਨੇ ਮੇਰੇ ਤੋਂ ਸੇਵਾ ਲਈ ਆ ਅਤੇ ਉਹ ਸੇਵਾ ਦੇ ਵਿੱਚ ਮੈਨੂੰ ਕਦੇ ਵੀ ਇੱਦਾਂ ਮਹਿਸੂਸ ਹੀ ਨਹੀਂ ਹੋਇਆ ਕਿ ਮੈਨੂੰ ਕੁਝ ਹੁੰਦਾ ਆ। ਅਤੇ ਗੁਰੂ ਪਾਤਸ਼ਾਹ ਨੇ ਕਿੰਨਾ ਟਾਈਮ ਮੇਰੇ ਤੋਂ ਸੇਵਾ ਲਈ ਆ। ਅਤੇ ਜਿੱਥੇ ਮੇਰੇ ਤੋਂ ਪਹਿਲਾਂ 5-10 ਮਿੰਟ ਵੀ ਸਿਮਰਨ ਕਰਨ ਦੇ ਵਿੱਚ ਮੈਨੂੰ ਔਖਾ ਲੱਗਦਾ ਸੀ, ਬੋਲ ਨਹੀਂ ਸੀ ਹੁੰਦਾ, ਅਤੇ ਵਾਹਿਗੁਰੂ ਜੀ ਉੱਥੇ ਫਿਰ ਗੁਰੂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਵੇਲੇ ਸੇਵਾ ਲੈਣੀ 2 ਘੰਟੇ, ਤਾਂ ਉਦੋਂ ਵੀ ਪ੍ਰਕਾਸ਼ ਹੋਣਾ। ਅਤੇ ਮੈਂ ਕਦੇ ਵੀ ਇੱਦਾਂ ਅੱਖਾਂ ਬੰਦ ਕਰਕੇ ਸਿਮਰਨ ਨਹੀਂ ਸੀ ਕਰਦੀ। ਅਤੇ ਫਿਰ ਮੈਂ ਜਦੋਂ ਤੈਨੂੰ ਵੀ ਗੁਰੂ ਪਾਤਸ਼ਾਹ ਨੇ ਸੇਵਾ ਲੈਣੀ ਤਾਂ ਮੈਨੂੰ ਉਹ ਮਹਿਸੂਸ ਹੀ ਨਹੀਂ ਸੀ ਹੋਇਆ ਕਿ ਕਿੰਨੇ ਟਾਈਮ ਮੈਂ ਸੇਵਾ ਕੀਤੀ ਆ। ਅਤੇ ਇੱਕ ਨਾ ਇੱਕ ਤਰ੍ਹਾਂ ਮੇਰਾ ਜਿਹੜਾ ਧਿਆਨ ਸੀ ਉਹ ਸਾਰਾ ਸੇਵਾ ਵੱਲ ਹੋ ਗਿਆ ਸੀ। ਅਤੇ ਵਾਹਿਗੁਰੂ ਜੀ ਉਹ ਜਿਹੜਾ ਟਿਕਾਊ ਆ ਅਤੇ ਉਹ ਜਿਹੜਾ ਸਹਿਜ ਆ, ਜੇ ਆਪਾਂ ਗੁਰੂ ਸਾਹਿਬ ਜੀ ਤੋਂ ਮੰਗਦੇ ਹਾਂ ਨਾ, ਜੇ ਸਾਡੀ ਆਪਣੀ ਭਾਵਨਾ ਹੈਗੀ ਆ ਕਿ ਹਾਂ ਅਸੀਂ ਗੁਰੂ ਪਾਤਸ਼ਾਹ ਦੇ ਨਾਲ ਜੁੜਨਾ ਆ ਅਤੇ ਉਹ ਖੇਡ ਸਮਝਣੀ ਆ, ਜੇ ਆਪਣੀ ਇੱਛਾ ਹੈਗੀ ਆ ਨਾ, ਤਾਂ ਗੁਰੂ ਪਾਤਸ਼ਾਹ ਅੰਦਰੋਂ ਸਾਨੂੰ ਟਿਕਾਉਂਦੇ ਆ, ਸਾਰੀ ਖੇਡ ਸਮਝਾਉਂਦੇ ਆ। ਅਤੇ ਜਿੱਦਾਂ ਹੀ ਗੁਰੂ ਪਾਤਸ਼ਾਹ ਮੇਰੇ ਤੋਂ ਇਹ ਅਰਦਾਸ ਕਰਵਾਉਂਦੇ ਸੀ ਕਿ ਗੁਰੂ ਪਾਤਸ਼ਾਹ ਜੀ ਉਹ ਬਲ ਬਖਸ਼ੋ ਕਿ ਦੁੱਖ ਕਦੇ ਵੀ ਮਹਿਸੂਸ ਨਾ ਹੋਵੇ, ਅਤੇ ਮੈਨੂੰ ਉਹ ਭਰੋਸਾ ਬਖਸ਼ੋ ਕਿ ਤੁਹਾਡੇ ਤੋਂ ਕਦੇ ਵੀ ਮੈਂ ਇੱਦਾਂ ਭਰੋਸਾ ਨਾ ਮੇਰਾ ਉੱਠੇ ਕਿ ਕਦੇ ਵੀ ਮੇਰਾ ਇੱਦਾਂ ਭਰੋਸਾ ਨਾ ਟੁੱਟੇ ਅਤੇ ਹੌਸਲਾ ਨਾ ਟੁੱਟੇ, ਅਤੇ ਮੈਨੂੰ ਉਹ ਬਲ ਬਖਸ਼ੋ। ਅਤੇ ਵਾਹਿਗੁਰੂ ਜੀ ਗੁਰੂ ਪਾਤਸ਼ਾਹ ਨੇ ਓਨਾ ਹੀ ਮੈਨੂੰ ਅੰਦਰੋਂ ਜੋੜਿਆ ਅਤੇ ਮੈਨੂੰ ਸਹਿਜ ਬਖਸ਼ਿਆ। ਅਤੇ ਵਾਹਿਗੁਰੂ ਜੀ ਮੈਂ ਇੰਨਾ ਮਤਲਬ ਕਿ ਸੋਚਣਾ ਕਿ ਪਤਾ ਨਹੀਂ ਕਿ ਕਿੱਦਾਂ ਗੁਰੂ ਪਾਤਸ਼ਾਹ ਜੀ ਤੁਸੀਂ ਮੈਨੂੰ ਇੱਦਾਂ ਜੋੜ ਲਿਆ, ਕਿ ਸ਼ੁਕਰ ਆ ਕਿ ਉਹਨਾਂ ਬਿਰਲਿਆਂ ਦੇ ਵਿੱਚੋਂ ਮੈਨੂੰ ਵੀ ਚੁਣਿਆ, ਕਿ ਤੁਸੀਂ ਵੀ ਮੈਨੂੰ ਸੰਗਤ 'ਚ ਲੈ ਕੇ ਆਏ ਆ। ਕਿਉਂਕਿ ਵਾਹਿਗੁਰੂ ਜੀ ਪਹਿਲਾਂ ਜੋ ਵੀ ਜਿੱਦਾਂ ਦੀ ਵੀ ਸੀਗੀ ਲਾਈਫ, ਕਿ ਪੂਰੇ ਫੈਸ਼ਨ ਸੀ ਅਤੇ ਇੰਨੇ ਸ਼ੌਂਕ ਹੁੰਦੇ ਸੀ, ਪਰ ਜਦੋਂ ਦਾ ਮੈਂ ਇੱਦਾਂ ਬਿਮਾਰ ਹੋਈ ਸੀ ਅਤੇ ਮੇਰਾ ਕੋਈ ਵੀ ਇੱਦਾਂ ਦਾ ਸ਼ੌਂਕ ਜਾਂ ਕੋਈ ਵੀ ਫੈਸ਼ਨ ਵੱਲ ਕੋਈ ਵੀ ਇੰਟਰਸਟ ਵਗੈਰਾ ਕੁਛ ਵੀ ਨਹੀਂ ਹੁੰਦਾ ਸੀ। ਅਤੇ ਮੇਰਾ ਸਿਰਫ ਧਿਆਨ ਸੀ ਕਿ ਬਸ ਮੈਂ ਅੰਮ੍ਰਿਤ ਛਕਣਾ ਆ ਅਤੇ ਨਾਮ ਜਪਣ 'ਚ ਬਸ ਮੇਰਾ ਆਨੰਦ ਹੁੰਦਾ ਸੀ, ਅਤੇ ਹੋਰ ਮੈਨੂੰ ਕੁਛ ਵੀ ਵਾਹਿਗੁਰੂ ਜੀ ਚੰਗਾ ਨਹੀਂ ਸੀ ਲੱਗਦਾ। ਇੱਕ ਦੁੱਖ ਨੇ ਵਾਹਿਗੁਰੂ ਜੀ ਮੈਨੂੰ ਗੁਰੂ ਪਾਤਸ਼ਾਹ ਦੇ ਇੰਨੇ ਨੇੜੇ ਕੀਤਾ ਆ, ਨਹੀਂ ਤਾਂ ਵਾਹਿਗੁਰੂ ਜੀ ਜੇ ਇਹ ਦੁੱਖ ਨਾ ਹੁੰਦਾ ਤਾਂ ਪਤਾ ਨਹੀਂ ਕਿੰਨਾ ਕਿੱਧਰ ਜੋੜਨਾ ਸੀ ਜਾਂ ਕਿੱਦਾਂ ਕੁਛ ਵੀ ਸੀ। ਫਿਰ ਵਾਹਿਗੁਰੂ ਜੀ ਜਿੱਦਾਂ ਮੈਂ ਇੱਥੇ ਜ਼ੂਮ 'ਤੇ ਕਥਾ ਦੀ ਮੈਨੂੰ ਕਦੇ ਸਮਝ ਨਹੀਂ ਸੀ ਆਉਂਦੀ ਹੁੰਦੀ, ਅਤੇ ਮੈਂ ਹਮੇਸ਼ਾ ਡਿਸਕਸ਼ਨ ਸੁਣਦੀ ਹੁੰਦੀ ਸੀਗੀ, ਅਤੇ ਉਹਦੇ ਵਿੱਚ ਮੈਨੂੰ ਕਾਫੀ ਇੱਦਾਂ ਹੌਸਲਾ ਮਿਲਣਾ। ਅਤੇ ਜਿੱਦਾਂ ਹੀ ਮੈਂ ਸਾਰਿਆਂ ਦੀਆਂ ਬਖਸ਼ਿਸ਼ਾਂ ਸੁਣਦੀ ਹੁੰਦੀ ਸੀਗੀ, ਅਤੇ ਜਿੱਦਾਂ ਮੈਂ ਕਥਾ ਸੁਣਨੀ ਤਾਂ ਮੈਨੂੰ ਕਥਾ ਦੀ ਸਮਝ ਨਹੀਂ ਸੀ ਲੱਗਦੀ, ਅਤੇ ਫਿਰ ਮੈਂ ਕਹਿਣਾ ਵੀਰ ਜੀ ਉਹਨਾਂ ਨੂੰ ਕਿ ਮੈਨੂੰ ਇੱਦਾਂ ਪਤਾ ਨਹੀਂ ਲੱਗਦਾ, ਸਮਝ ਨਹੀਂ ਲੱਗਦੀ ਕਿ ਕਿੱਦਾਂ ਗੁਰੂ ਸਾਹਿਬ ਜੀ ਗੱਲ ਕਰਦੇ ਹੁੰਦੇ ਆ, ਅਤੇ ਇੱਦਾਂ ਮੈਨੂੰ ਤੁਸੀਂ ਦੱਸੋ ਕਿ ਇਹ ਕਥਾ ਇੱਦਾਂ ਸਮਝ ਕਿਉਂ ਨਹੀਂ ਲੱਗਦੀ। ਤਾਂ ਵੀਰ ਜੀ ਉਹਨੇ ਕਿਹਾ ਸੀ ਕਿ ਤੁਸੀਂ ਅਰਦਾਸ ਕਰਕੇ ਬੈਠਿਆ ਕਰੋ ਕਿ ਗੁਰੂ ਸਾਹਿਬ ਜੀ ਤੁਹਾਡੀ ਗੱਲ ਆ ਅਤੇ ਤੁਸੀਂ ਸਮਝਾਉਣੀ ਆ, ਕਿ ਤੁਹਾਡਾ ਜੋ ਵੀ ਕੁਐਸਚਨ ਹੁੰਦਾ ਆ ਜਾਂ ਕੁਛ ਵੀ ਆ ਤਾਂ ਤੁਸੀਂ ਗੁਰੂ ਸਾਹਿਬ ਜੀ ਨੂੰ ਕਹਿ ਦਿਆ ਕਰੋ, ਅਤੇ ਅੰਦਰੋਂ ਤਾਂ ਗੁਰੂ ਸਾਹਿਬ ਜੀ ਸੁਣ ਲੈਂਦੇ ਆ। ਤਾਂ ਮੈਂ ਇੱਦਾਂ ਹੀ ਜਿੱਦਾਂ ਹੀ ਕਥਾ ਆਉਣੀ ਤਾਂ ਮੈਂ ਉਸ ਤੋਂ ਪਹਿਲਾਂ ਅਰਦਾਸ ਕਰਨੀ ਕਿ ਗੁਰੂ ਸਾਹਿਬ ਜੀ ਤੁਹਾਡੀ ਗੱਲ ਆ, ਕਿ ਤੁਸੀਂ ਕੀ ਬਾਣੀ ਦੇ ਵਿੱਚ ਕਹਿੰਦੇ ਆ ਉਹ ਮੈਨੂੰ ਦੱਸੋ।
ਤੇ ਉਸ ਤੋਂ ਪਹਿਲਾਂ ਇੱਦਾਂ ਮੈਨੂੰ ਜਦੋਂ ਸਮਝ ਨਹੀਂ ਸੀ ਲੱਗਦੀ ਹੁੰਦੀ, ਤਾਂ ਜਿੱਦਾਂ ਹੀ ਮੈਂ ਅਰਦਾਸ ਕਰਦੀ ਸੀ ਤਾਂ ਮੈਨੂੰ ਉਹ ਕਥਾ ਦੀ ਸਮਝ ਲੱਗਣ ਲੱਗੀ ਕਿ ਗੁਰੂ ਸਾਹਿਬ ਜੀ ਕਿੱਦਾਂ ਗੱਲ ਕਰਦੇ ਆ। ਉਹ ਸਾਰੀ ਬਾਣੀ ਦੀ ਵਿਚਾਰ ਸਮਝ ਵਿੱਚ ਆਉਣ ਲੱਗੀ।